ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। मैं और डॉक्टर अमर सिंह आज़ाद अपना डॉक्टर आप बनो बी योर ओन डॉक्टर एपीसोड नंबर 54 लड़ीवार नंबर 54 इस दे विच असी पिछलियां जिहड़ियां नर्वस सिस्टम ਦੀਆਂ ਬਿਮਾਰੀਆਂ ਨੂੰ ਅੱਗੇ ਵਧਾਉਂਦੇ ਹੋਏ ਹੁਣ ਆਪਾਂ ਆ ਰਹੇ ਹਾਂ ਇੱਕ ਅਜਿਹੀ ਬਿਮਾਰੀ ਦੇ ਉੱਤੇ ਜਿਹੜੀ ਬਿਮਾਰੀ ਜਿਹੜੀ ਆ ਅੱਜ ਕੱਲ੍ਹ ਮਹਾਮਾਰੀ ਦਾ ਰੂਪ ਧਾਰ ਕਰ ਰਹੀ ਹੈ ਤੇ ਅੰਦਰ ਜਿਹੜਾ ਉਹ ਬਿਮਾਰੀ ਹੁੰਦੀ ਹੈ ਪਰ ਬੰਦਾ एक अजिहे अनजान डर दे विच रहिंदा है कि मैं बीमारी का नाम भी नहीं लवां। वो अजिही बीमारी हुंदी है कि बीमारी का नाम लैण दे उत्ते भी उहदे अंदर जिहड़ा एक अजीब जिहा खो पैंदी है, उहनूं अजीब जिहा उसदे अंदर डर हुंदा कि मैनूं यह बीमारी मौत वाल खिच रही है। तो डॉक्टर अमर सिंह आज़ाद ने उस बीमारी के उत्ते बड़ा लंबा समा जिहड़ा पटियाला के रजिंद्रा हस्पताल दे विच बड़ा लंबा समा जिहड़ा वो हज़ारां मरीज़ां दा इलाज कीता हैगा। की है बीमारी तो किद्दां आपां उसनूं टैकल कर सकते हैं, डॉक्टर अमर सिंह आज़ाद तो जानते हैं। डॉक्टर साहब तुहाडा न्यूज़ एशिया पंजाबी ते बहुत बहुत स्वागत है। सत श्री अकाल जी सारे दोस्तों। डॉक्टर साहब आपां दो गल कर रहे सीगे HIV हैपेटाइटिस C ते हैपेटाइटिस B। हाँ, ये दो बीमारियां जिहियां ने जिहड़ियां हैपेटाइटिस B ते C जिहड़ियां ने ये तां लीवर नाल संबंधित हैगियां ने, पर HIV जिहड़ी है वो एक अजिहा वायरस है जिहड़ा कि बहुत खतरनाक है तो महामारी का रूप लै रहा। लोगों को पता होने के बावजूद भी वो गरकते जा रहे हैं। ये सब तो पहला तो सानू इन्हां बीमारियों की थोड़ी डिटेल दसो तो फिर आप अगे बढ़ांगे। कुलवंत जी, वायरल इन्फैक्शन की आप गल कर रहे थे, जो नर्वस सिस्टम की गल कर रहे थे कि वायरल इन्फैक्शन जी होंदियां ने ये पिछले कुछ समय तो बहुत वधिया ने। तुसीं ਜਦੋਂ ਮੈਂ MBBS ਕਰਕੇ ਨਿਕਲਿਆ ਸੀਗਾ ਤਾਂ ਜੇ ਸਾਡੇ ਕੋਲ ਜਦੋਂ ਬੁਖਾਰ ਦਾ ਮਰੀਜ਼ ਆਉਂਦਾ ਸੀ ਤਾਂ ਪਹਿਲਾ ਸਾਡਾ ਡਾਇਗਨੋਸਿਸ ਹੁੰਦਾ ਸੀਗਾ ਮਲੇਰੀਆ। ਅਸੀਂ ਉਹਨੂੰ ਕਹਿੰਦੇ PUO ਪਾਇਰੈਕਸੀਆ ਆਫ ਅਨਨੋਨ ਰੀਜਨ। ਜੇ PUO ਹੈਗਾ ਕਿਸੇ ਮਰੀਜ਼ ਨੂੰ ਤਾਂ ਪਹਿਲੀ ਪੋਸੀਬਿਲਿਟੀ ਨੰਬਰ 1 ਇਜ਼ ਮਲੇਰੀਆ। ਮਲੇਰੀਆ ਤੋਂ ਬਾਅਦ ਨੰਬਰ 2 ਹੁੰਦੀ ਸੀ UTI ਪਿਸ਼ਾਬ ਦੀ ਇਨਫੈਕਸ਼ਨ ਜਾਂ ਬੱਚਿਆਂ ਦੇ ਬੱਚਿਆਂ ਦੇ ਵਿੱਚ ਸੀ ਟੌਂਸਲਸ। ਹੁਣ ਅੱਜ ਬੁਖਾਰ ਦੇ ਬਾਕੀ ਮਲੇਰੀਆ ਵੀ ਪਿੱਛੇ ਰਹਿ ਗਿਆ, ਬਾਕੀ ਬੁਖਾਰ ਵੀ ਪਿੱਛੇ ਰਹਿ ਗਏ ਤੇ ਹੁਣ ਇਸ ਵੇਲੇ ਕੀ ਜਿਵੇਂ ਆਪਾਂ ਕਹਿੰਦੇ ਆ ਵਾਇਰਲ ਫੀਵਰ। ਵਾਇਰਲ ਫੀਵਰ ਦਾ ਮਤਲਬ ਕੀ ਹੈ ਕਿ ਵਾਇਰਸ ਕਰਕੇ ਫੀਵਰ ਹੋ ਰਿਹਾ, ਕੋਈ ਵਾਇਰਸ ਮਲਟੀਪਲਾਈ ਕਰ ਰਹੀ ਬੋਡੀ 'ਚ। ਉਹ ਵਾਇਰਸ ਜਿਹੜੀਆਂ ਨੇ ਉਹ ਅੰਤੜੀਆਂ ਦੀਆਂ ਵੀ ਹੋ ਸਕਦੀਆਂ ਨੇ, ਉਹ ਸਾਹ ਪ੍ਰਣਾਲੀ ਦੀਆਂ ਵੀ ਹੋ ਸਕਦੀਆਂ ਨੇ, ਉਹ ਜਿਹੜੀਆਂ ਨੇ ਨਰਵਸ ਸਿਸਟਮ ਦੀਆਂ ਹੋ ਸਕਦੀਆਂ ਨੇ, ਉਹ ਸਕਿਨ ਦੀਆਂ ਵੀ, ਜਿਵੇਂ ਹਰਪੀਜ਼ ਸਿੰਪਲੈਕਸ ਹੈ, ਹਰਪੀਜ਼ ਜ਼ੋਸਟਰ ਹੈ, ਚਿਕਨ ਪੌਕਸ ਹੈ, ਉਹ ਸਕਿਨ ਵੀ ਇਨਵੋਲਵ ਕਰਦੀਆਂ ਨੇ। ਤਾਂ ਇੱਦਾਂ ਜਿਹੜੇ ਇਹ ਅਲੱਗ-ਅਲੱਗ ਜਿਹੜੀਆਂ ਵਾਇਰਲ ਇਨਫੈਕਸ਼ਨ ਨੇ। ਵਾਇਰਲ ਇਨਫੈਕਸ਼ਨਾਂ 'ਚੋਂ ਜੇਕਰ ਆਪਾਂ ਗਿਣੀਏ ਤਾਂ ਸਭ ਤੋਂ ਖਤਰਨਾਕ ਵਾਇਰਲ ਇਨਫੈਕਸ਼ਨਾਂ ਜਿਹੜੀਆਂ ਨੇ ਉਹ ਇਹ 3 ਨੇ। ਇਹ ਤਿੱਕੜੀ ਹੈ, ਇਹ HIV ਜਦ ਦੀ ਆਈ ਹੈ ਪਿਛਲੇ ਕੋਈ 40 ਕੁ ਸਾਲ ਤੋਂ ਬੜੀ ਬਦਨਾਮ ਹੈ। ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਪਹਿਲਾਂ ਇਹਨੂੰ ਏਡਜ਼ ਕਹਿੰਦੇ ਸੀ, ਇਹਨੂੰ ਏਡਜ਼ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਉਦੋਂ ਅਜੇ ਵਾਇਰਸ ਦਾ ਪਤਾ ਨਹੀਂ ਸੀਗਾ ਵੀ ਵਾਇਰਸ ਕਿੱਦਾਂ ਦੀ ਹੈਗੀ ਕਿੱਦਾਂ ਦੀ ਨਹੀਂ ਹੈਗੀ। ਤਾਂ ਏਡਜ਼ ਕਹਿੰਦੇ ਸੀ ਵੀ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ ਹੈ, ਵੀ ਐਕਵਾਇਰਡ ਦਾ ਮਤਲਬ ਜਨਮ ਤੋਂ ਬਾਅਦ ਆਇਆ ਅਤੇ ਇਮਿਊਨੋ ਡੈਫੀਸ਼ੀਐਂਸੀ ਦਾ ਮਤਲਬ ਕਿ ਇਮਿਊਨਿਟੀ ਜਿਹੜੀ ਹੈ ਘੱਟ ਹੈ ਉਸ ਬੰਦੇ ਦੀ, ਅਤੇ ਉਹਨੂੰ ਆਮ ਇਨਫੈਕਸ਼ਨਾਂ ਵੀ ਜਿਹੜੀਆਂ ਨੇ ਉਹ ਖਤਰਨਾਕ ਸ਼ਕਲ ਲੈ ਲੈਂਦੀਆਂ। ਅਤੇ HIV ਵਾਲਾ ਬੰਦਾ ਮਰਦਾ ਵੀ ਇੱਦਾਂ ਹੀ ਹੈ ਜਾਂ ਬਿਮਾਰ ਵੀ ਇੱਦਾਂ ਹੀ ਹੁੰਦਾ ਕਿ ਉਹਨੂੰ ਜਿਹੜੀ ਇਨਫੈਕਸ਼ਨ ਆਮ ਬੰਦੇ ਨੂੰ ਕੁਛ ਨਹੀਂ ਕਹਿੰਦੀ, ਉਹ HIV ਵਾਲਾ ਨੂੰ ਤਰੱਕ ਕੇ ਲੱਗ ਜਾਂਦੀ ਹੈ ਜਾ ਕੇ। ਯਾਨੀ ਕਿ HIV ਦਾ HIV ਪੋਜ਼ੀਟਿਵ ਵਾਲਾ ਜਿਹੜਾ ਬੰਦਾ ਹੈ ਉਹਦੀ ਇਨਫੈਕਸ਼ਨ ਆਪਣੇ ਵੱਲ ਨੂੰ ਖਿੱਚਦੀ ਆ, ਤੁਰੀ ਜਾਂਦੀ ਖਿੱਚ ਲੈਂਦੀ ਆਪਣੇ ਵੱਲ ਨੂੰ ਬਿਮਾਰੀ ਨੂੰ। ਤਾਂ ਉਹ ਹੁੰਦੀ ਹੈ ਇਮਿਊਨੋ ਡੈਫੀਸ਼ੀਐਂਸੀ HIV ਵਾਇਰਸ ਜਾਂ ਏਡਜ਼। ਉਹਦੇ ਨਾਲ ਮਿਲਦੀਆਂ ਜੁਲਦੀਆਂ 2 ਇਨਫੈਕਸ਼ਨਾਂ ਹੋਰ ਨੇ, ਹੈਪੇਟਾਈਟਿਸ B ਅਤੇ ਹੈਪੇਟਾਈਟਿਸ C। ਯਾਨੀ ਕਿ ਕਾਲਾ ਪੀਲੀਆ B ਅਤੇ ਕਾਲਾ ਪੀਲੀਆ C। ਪੀਲੀਆ 5 ਤਰ੍ਹਾਂ ਦਾ A B C D ਅਤੇ E। 5 ਤਰ੍ਹਾਂ ਦਾ
ਹਾਲੇ ਤੱਕ ਹੈਗਾ, ਹੋਰ ਵੀ ਨਿੱਕੇ ਨਿੱਕੇ ਨਿਕਲ ਰਹੇ ਆ, ਲੇਕਿਨ 5 ਤਰ੍ਹਾਂ ਦੀਆਂ ਵਾਇਰਸ ਨੇ ਜਿਹੜੀਆਂ ਲਿਵਰ ਦੀ ਇਨਫੈਕਸ਼ਨ ਕਰਦੀਆਂ ਨੇ। ਜਿਹੜੀ ਏ ਤੇ ਈ ਹੈ, ਇਹਦੀ ਵਾਇਰਸ ਫੈਲਦੀ ਹੈ ਮਨੁੱਖੀ ਲੈਟਰਨ ਤੋਂ, ਯਾਨੀ ਕਿ ਮਨੁੱਖੀ ਅੰਤੜੀਆਂ 'ਚ ਹੁੰਦੀ ਹੈ। ਉਹ ਅੰਤੜੀਆਂ ਅਸੀਂ ਬਾਹਰ ਨਿਕਲਦੀ ਹੈ, ਅਤੇ ਬਾਹਰ ਨਿਕਲ ਕੇ ਜੇ ਉੱਥੇ ਮੱਖੀਆਂ ਨੇ ਜਾਂ ਪਾਣੀ ਅਸੀਂ ਦੂਸ਼ਿਤ ਪੀ ਲਿਆ ਜਾਂ ਦੂਸ਼ਿਤ ਖਾਣਾ ਖਾ ਲਿਆ, ਤਾਂ ਉੱਥੋਂ ਆਪਾਂ ਨੂੰ ਬਹੁਤ ਹੀ ਜਿਹੜੀ ਬਦਨਾਮ ਸੀਗੀ। ਇਹ ਸੀਗੀ ਪਹਿਲਾਂ, ਇਹ ਹੁੰਦੀ ਸੀ, ਈ ਤਾਂ ਬਾਅਦ 'ਚ ਆਈ। ਹਾਂ, ਨਾ ਡਾਇਰੀਆ ਨਹੀਂ ਹੁੰਦਾ, 'ਚ ਈ 'ਚ ਪੀਲੀਆ ਹੁੰਦਾ, ਪੀਲੀਆ, ਕਿ ਬੰਦੇ ਦਾ ਪਿਸ਼ਾਬ ਪੀਲਾ ਹੋ ਜਾਂਦਾ, ਫਿਰ ਅੱਖਾਂ ਪੀਲੀਆਂ ਹੋ ਜਾਂਦੀਆਂ ਨੇ, ਬੁਖਾਰ ਹੁੰਦਾ, ਜੀ ਭੁੱਖ ਮਰ ਜਾਂਦੀ ਹੈ, ਜੀ ਕੱਚਾ ਹੁੰਦਾ, ਅਤੇ ਮੁੜ ਕੇ ਸਕਿਨ ਵੀ ਪੀਲੀ ਹੋ ਜਾਂਦੀ ਜਦੋਂ ਜ਼ਿਆਦਾ ਹੋ ਜਾਂਦਾ। ਲੀਵਰ ਨੂੰ ਡੈਮੇਜ ਹੁੰਦਾ, ਲੀਵਰ ਡੈਮੇਜ ਹੁੰਦਾ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਦੋਂ ਪੀਲੀਆ ਹੋਵੇ ਉਦੋਂ ਲੀਵਰ ਕਾਫੀ ਡੈਮੇਜ ਹੋ ਚੁੱਕਾ ਹੁੰਦਾ, ਤਾਂ ਪੀਲੀਆ ਹੁੰਦਾ। ਹਾਂ ਬਿਲਕੁਲ, ਕਾਫੀ ਡੈਮੇਜ ਹੋ ਜਾਂਦਾ। ਹਾਂ, ਲਿਵਰ ਡੈਮੇਜ ਹੁੰਦਾ ਹੀ ਹੈ। ਲਿਵਰ ਡੈਮੇਜ ਹੋਏਗਾ, ਉਹਦਾ ਮਤਲਬ ਇਹ ਹੈ ਕਿ ਲਿਵਰ ਦੀ ਬਿਮਾਰੀ ਤਾਂ ਲਿਵਰ ਡੈਮੇਜ ਹੋਏਗਾ। ਤਾਂ ਲਿਵਰ ਡੈਮੇਜ ਹੁੰਦਾ, ਅਤੇ ਉਹਦੇ 'ਚ ਜਿਹੜੀ ਇਹ ਨੋਟੋਰੀਅਸ ਹੁੰਦੀ ਸੀਗੀ, ਐਪੀਡੈਮਿਕ ਫਾਰਮ 'ਚ ਫੈਲਦੀ ਹੁੰਦੀ ਸੀ। ਐਪੀਡੈਮਿਕ ਫਾਰਮ 'ਚ ਬਈ ਮੈਸਿਵ ਫੈਲ ਗਈ ਕਿਸੇ ਥਾਂ 'ਤੇ। ਬਾਅਦ 'ਚ ਜਦੋਂ ਟਰੇਸ ਕਰਦੇ ਹੁੰਦੇ ਸੀਗੇ ਤਾਂ ਪਤਾ ਲੱਗਦਾ ਸੀਗਾ ਕਿ ਇੱਕ ਜਿਹੜਾ ਗੰਦਾ ਨਾਲਾ ਹੈ ਉਹ ਜਾ ਕੇ ਉੱਥੋਂ ਦਰਿਆ 'ਚ ਮਿਲ ਰਿਹਾ, ਉੱਥੋਂ ਹੀ ਉਹ ਪੀਣ ਵਾਲੇ ਪਾਣੀ ਨੂੰ ਦਾ ਜਿਹੜਾ ਵਾਟਰ ਵਰਕਸ ਦਾ ਸੋਰਸ ਹੈ ਉੱਥੋਂ ਲੈ ਰਿਹਾ। ਇੱਕ ਪਾਸੇ ਗੰਦਾ ਨਾਲਾ ਆ ਰਿਹਾ, ਦੂਜੇ ਪਾਸੇ ਪਾਣੀ ਵਾਟਰ ਵਰਕਸ ਜਾ ਰਿਹਾ। ਉੱਥੋਂ ਹੁੰਦਾ ਸੀਗਾ ਹੈਪੇਟਾਈਟਸ ਏ, ਐਪੀਡੈਮਿਕ ਫਾਰਮ 'ਚ ਹੁੰਦਾ ਸੀ। ਬੜੀਆਂ ਵੈਲ ਨੋਨ ਐਪੀਡੈਮਿਕ ਰਿਕਾਰਡਡ ਰਹੀਆਂ ਨੇ। ਦਿੱਲੀ ਦੀ ਐਪੀਡੈਮਿਕ ਹੋਈ ਹੈ ਇੱਕ ਅੱਜ ਤੋਂ 30-40 ਸਾਲ ਪਹਿਲਾਂ, ਯਮਨਾ ਤੋਂ ਹੋਈ ਸੀ। ਜਾਂ ਫਿਰ ਐਂ ਵੀ ਹੋ ਜਾਂਦਾ ਹੋਣਾ ਕਿ ਜਿਵੇਂ ਪਾਣੀ ਦੀ ਪਾਈਪ ਜਿਹੜੀ ਆ ਉਹ ਕਿਸੇ ਐਸੀ ਥਾਂ ਤੋਂ ਲੰਘ ਰਹੀ, ਇੱਥੇ ਸੀਵਰੇਜ ਦਾ, ਉੱਥੋਂ ਪਾਈਪ ਲੀਕ ਆ ਤਾਂ ਉਹਦੇ ਵਿੱਚ ਮਿਕਸ ਹੋ ਕੇ ਜਾ। ਨਹੀਂ, ਬੜੀ ਕਮਾਲ ਦੀ ਹੁੰਦੀ ਸੀ। ਪਿੰਡਾਂ 'ਚ ਕੀ ਹੁੰਦਾ ਸੀਗਾ, ਪਿੰਡਾਂ 'ਚ ਮੈਂ ਤਾਂ ਪਿੰਡਾਂ 'ਚ ਕੰਮ ਕੀਤਾ ਬਹੁਤ ਲੰਬਾ ਸਮਾਂ, ਅਤੇ ਪਿੰਡ 'ਚ ਕੀ ਹੁੰਦਾ ਸੀਗਾ ਕਿ ਸਾਨੂੰ ਸ਼ਿਕਾਇਤ ਆਉਣੀ ਪਿੰਡ 'ਚੋਂ ਵੀ ਪਿੰਡ 'ਚ ਜੀ ਉਹ ਫੈਲ ਗਿਆ ਪੇਚਸ, ਡਾਇਰੀਆ ਫੈਲ ਗਿਆ, ਦਸਤ ਲੱਗ ਗਈ ਲੋਕਾਂ ਨੂੰ। ਹੁਣ ਵੀ ਆਪਣੇ ਪਿੰਡਾਂ 'ਚ ਹੋਇਆ, ਦੋ ਤਿੰਨ ਪਿੰਡਾਂ ਝੇਲੇ 'ਚ ਹੋਇਆ, ਪਹਿਲਾਂ ਇੱਧਰ ਹੋਇਆ, ਕਿਤੇ 2 ਪਿੰਡਾਂ 'ਚ ਹੋਇਆ। ਤਾਂ ਉਹ ਜਦੋਂ ਡਾਇਰੀਆ ਫੈਲਦਾ ਸੀਗਾ ਤਾਂ ਅਸੀਂ ਜਾਂਦੇ ਸੀ ਇਨਵੈਸਟੀਗੇਸ਼ਨ ਲਈ। ਮੈਨੂੰ ਅੱਜ ਵੀ ਯਾਦ ਹੈ, ਇੱਕ ਪਿੰਡ ਅਸੀਂ ਆਲੂਵਰਖਾ ਪਿੰਡ ਹੈ ਭਾਨੀਗੜ੍ਹ ਦੇ ਨਾਲ, ਆਲੂਵਰਖ 'ਚ ਫੈਲਿਆ ਇੱਦਾਂ ਡਾਇਰੀਆ, ਬਹੁਤ ਸਖਤ, ਅਤੇ ਡੈਥਸ ਵੀ ਹੋਈਆਂ ਅਤੇ ਭਾਜਣਾ ਪਈਆਂ। ਜਦੋਂ ਤਾਂ ਪਤਾ ਲੱਗਿਆ, ਉਹ ਜਦੋਂ ਜਸਵੀਰ ਹੁੰਦਾ ਤਾਂ ਫਿਰ ਉਹ ਡੀਹਾਈਡਰੇਸ਼ਨ ਨਾਲ ਮਰ ਜਾਂਦੇ ਕੁਝ ਲੋਕ, ਬੱਚੇ ਖਾਸ ਕਰਕੇ। ਤਾਂ ਉਹ ਪਤਾ ਕੀ ਲੱਗਿਆ ਵੀ ਲੋਕਾਂ ਨੇ ਕੀ ਕੀਤਾ ਹੋਇਆ, ਘਰ 'ਚ ਗਰਕੀਆਂ ਬਣਾਈਆਂ ਹੋਈਆਂ ਨੇ, ਅਤੇ ਗਰਕੀਆਂ ਦੇ ਨੇੜਿਓਂ ਨਾਲ ਹੀ ਨਲਕਾ ਲੱਗਿਆ ਵਾ। ਉਹ ਥੱਲੇ ਗਰਕੀ ਦਾ ਪਾਣੀ ਅਤੇ ਨਲਕੇ ਦੇ ਪਾਣੀ ਦੇ ਵਿਚਾਲੇ ਗੈਪ ਘੱਟ ਹੈ। ਅਤੇ ਹੁੰਦਾ ਕੀ ਹੈ ਆਮ ਤੌਰ 'ਤੇ ਕਿ ਜਦੋਂ ਗਰਕੀ ਦਾ ਪਾਣੀ ਉੱਧਰ ਜਾਂਦਾ ਕਿ ਉੱਥੋਂ ਰਿਸ ਕੇ ਰੇਤੇ 'ਚੋਂ, ਤਾਂ ਉਹ ਜਦੋਂ ਉਹ ਥੱਲੇ ਫਿਰ ਨਲਕੇ ਦੇ ਨਾਲ ਜਾ ਕੇ ਨਲਕੇ ਦੇ ਪਾਣੀ ਨੂੰ ਦੂਸ਼ਿਤ ਕਰ ਦਿੰਦਾ। ਇੱਕ ਤਾਂ ਇਹ ਹੁੰਦਾ। ਦੂਜਾ ਕੀ ਹੁੰਦਾ ਕਿ ਪਿੰਡ ਦੀਆਂ ਨਾਲੀਆਂ ਨੇ, ਉੱਥੋਂ ਹੀ ਵਾਟਰ ਵਰਕਸ ਦੀ ਪਾਈਪ ਲੰਘ ਰਹੀ ਹੈ, ਉਹ ਨਾਲੀ ਨੂੰ ਕ੍ਰਾਸ ਕਰ ਰਹੀ ਹੈ। ਜਦੋਂ ਪਿੰਡ ਦੇ ਬਾਹਰ ਨਾਲੀ ਹੈ, ਨਾਲ ਵੀ ਹੋਵੇ, ਜਾਂ ਜਦੋਂ ਘਰ 'ਚ ਸਪਲਾਈ ਹੋਈ ਕ੍ਰਾਸ ਕਰਦੀਆਂ ਨੇ। ਤਾਂ ਉਹ ਕੀ ਹੁੰਦਾ ਕਿ ਜਦੋਂ ਪਿੰਡ 'ਚ ਹੁਣ ਪਾਣੀ ਆਉਂਦਾ, ਸਵੇਰੇ ਆਇਆ, ਸ਼ਾਮ ਨੂੰ ਆਇਆ, 2 ਟਾਈਮ, ਜਦੋਂ ਤਾਂ ਪਾਣੀ ਆ ਰਿਹਾ ਉਦੋਂ ਤਾਂ ਪ੍ਰੈਸ਼ਰ ਨਾਲ ਪਾਣੀ ਵਾਟਰ ਵਰਕਸ ਤੋਂ ਵੱਲੋਂ ਨਾਲੀ 'ਚ ਆਏਗਾ, ਕਿਉਂਕਿ ਵਾਟਰ ਵਰਕਸ ਦੀ ਜਿਹੜੀ ਪਾਣੀ ਵਾਲੀ ਪਾਈਪ ਹੈ ਉਹਦੇ 'ਚ ਪ੍ਰੈਸ਼ਰ ਜ਼ਿਆਦਾ ਹੈ, ਨਾਲੀ 'ਚ ਖੁੱਲ੍ਹੀ ਹੈ, ਨਾਲੀ 'ਚ ਘੱਟ ਹੈ। ਜਦੋਂ ਪਾਣੀ ਬੰਦ ਹੋ ਗਿਆ ਪਿੱਛੋਂ, ਤਾਂ ਉਹ ਪਾਈਪ ਦੇ ਅੰਦਰ ਨੈਗੇਟਿਵ ਪ੍ਰੈਸ਼ਰ ਕ੍ਰੀਏਟ ਹੋ ਜਾਂਦਾ। ਫਿਰ ਨਾਲੀ 'ਚੋਂ ਪਾਣੀ ਪਾਈਪ ਟੁੱਟੀ ਹੋਈ, ਉੱਥੋਂ ਪਾਈਪਾਂ ਜਿਹੜੀਆਂ ਨੇ ਪੁਰਾਣੀਆਂ ਹੁੰਦੀਆਂ ਸੀ, ਘਸ ਜਾਂਦੀਆਂ ਸੀ, ਲੋਹੇ ਦੀਆਂ ਪਾਈਪਾਂ ਸੀਗੀਆਂ, ਘਸ ਗਈ ਜਾਂ ਟੁੱਟ ਗਈ ਤਾਂ ਉਹ ਪਾਣੀ ਸੱਕ ਕਰ ਲੈਂਦੀ ਸੀ। ਯਾਰ ਇਹ ਵੀ ਹੁੰਦਾ ਕਿ ਟੁੱਲੂ ਪੰਪ ਲਾ ਲੈਂਦੇ ਨੇ ਲੋਕੀ, ਅਤੇ ਉਹਦੇ ਵਿੱਚੋਂ ਵੀ ਖਿੱਚ ਲੈਂਦੇ ਨੇ। ਹਾਂ, ਟੁੱਲੂ ਪੰਪ ਲਾਓਗੇ ਤਾਂ ਹੋਰ ਵੀ ਖਤਰਨਾਕ ਹੋ ਜਾਏਗਾ, ਕਿ ਟੁੱਲੂ ਪੰਪ ਲਾਓਗੇ ਤਾਂ ਹੋਰ ਵੀ ਖਤਰਨਾਕ ਹੋ ਜਾਏਗਾ, ਕਿਉਂਕਿ ਟੁੱਲੂ ਪੰਪ ਨੇ ਹੋਰ ਨੈਗੇਟਿਵ ਪ੍ਰੈਸ਼ਰ ਕ੍ਰੀਏਟ ਕਰ ਦੇਣਾ। ਤਾਂ ਉਹ ਇੱਦਾਂ ਹੁੰਦਾ ਸੀਗਾ।
ਇਹ ਸੀਗਾ ਹੈਪੇਟਾਈਟਸ ਏ ਦੀ ਗੱਲ। ਈ ਸਿਮਿਲਰ ਜੀ ਵਾਇਰਸ ਸੀ ਹੈ, ਈ ਹੈ, ਉਹ ਵੀ ਇਦਾਂ ਦੀ ਕਰਦੀ, ਉਹਨੂੰ ਛੱਡਦੀ ਆਪਾਂ ਬੀ ਤੇ ਸੀ ਤੇ ਗੱਲ ਕਰਨੀ ਹੈ। ਤਾਂ ਇਹ ਸੀਗੇ ਦੋ ਵਾਇਰਸ ਕਾਲੇ ਪੀਲੀਏ ਦੇ, ਏ ਤੇ ਈ, ਜਿਹੜੇ ਕਿ ਪਾਣੀ ਤੋਂ ਹੁੰਦੇ ਆ। ਜਾਂ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ ਕਿ ਚੁੱਲ੍ਹਾ ਵਾਲੀ ਲੈਟਰਿਨ ਹੁੰਦੀ ਸੀ, ਚੁੱਲ੍ਹੇ ਵਾਲੀਆਂ ਓਪਨ ਲੈਟਰਿਨ ਹੁੰਦੀ ਸੀ, ਅਤੇ ਸਵੀਪਰ ਆ ਕੇ ਚੱਕ ਕੇ ਲੈ ਕੇ ਜਾਂਦਾ ਸੀ ਮਨੁੱਖੀ ਮੈਲਾ, ਸਿਰ 'ਤੇ ਢੋਂਦਾ ਸੀ। ਉਹ ਤੁਸੀਂ ਵੀ ਸ਼ਾਇਦ ਦੇਖੀਆਂ ਹੋਣੀਆਂ ਨੇ। ਅਤੇ ਮੇਰੇ ਤਾਂ ਮਤਲਬ ਅਸੀਂ ਤਾਂ ਉਹਨਾਂ ਲੈਟਰਿਨਾਂ ਦੇ ਵਿੱਚ ਹੀ ਰਹੇ ਹਾਂ, ਅਤੇ ਉਹ ਹੁੰਦੀਆਂ ਹੀ ਸੀ, ਕੋਈ ਤਰੀਕਾ ਹੀ ਨਹੀਂ ਸੀ ਕੋਲ ਪਤਾ ਨਹੀਂ ਸੀ ਹੋਰ ਕੋਈ ਤਰੀਕਾ ਵੀ ਹੋ ਸਕਦਾ। 40 ਸਾਲ ਪਹਿਲਾਂ ਦੀ ਗੱਲ, ਠੀਕ ਹੈ। ਉਦੋਂ ਮੈਨੂੰ ਯਾਦ ਅੱਜ ਵੀ ਮੈਂ ਸਰਹੰਦ ਉਤਰਿਆ, ਅਤੇ ਸਰਹੰਦ ਬੱਸ ਖੜ੍ਹੀ, ਅਤੇ ਉਹ ਡਰਾਈਵਰ ਕਹਿੰਦਾ ਜੀ ਚਾਹ ਪੀ ਲਓ ਜਿਹਨੇ ਪੀਣੀ ਹੈ। ਚਾਹ ਹਲਵਾਈ ਦੀ ਦੁਕਾਨ ਸੀ, ਚਾਹ ਵਾਲੀ ਦੁਕਾਨ ਸੀ ਨਾਲ, ਅਤੇ ਮੈਨੂੰ ਨਾਲ ਬਾਥਰੂਮ ਆਇਆ ਸੀ। ਮੈਂ ਪਿੱਛੇ ਉਹਦੇ ਹਲਵਾਈ ਦੀ ਦੁਕਾਨ ਦੇ ਪਿੱਛੇ ਬਣਿਆ ਹੋਇਆ ਸੀਗਾ ਲੈਟਰਿਨ, ਅਤੇ ਮੈਂ ਪਿਸ਼ਾਬ ਕਰਨ ਚਲਾ ਗਿਆ। ਹਾਂ, ਚੁੱਲ੍ਹੇ ਵਾਲੀ ਲੈਟਰਿਨ ਜੀ ਸੀ। ਅਤੇ ਮੈਂ ਦੇਖਿਆ ਉਹ ਭਰੀ ਪਈ ਉਹ, ਅਤੇ ਮੱਖੀਆਂ ਹਜ਼ਾਰਾਂ ਦੀ ਗਿਣਤੀ 'ਚ ਮੱਖੀਆਂ ਭਿਣ-ਭਿਣਾ ਰਹੀਆਂ ਨੇ, ਅਤੇ ਨਾਲ ਹੀ ਬੈਠੇ ਉਹ ਲੱਡੂ ਵੱਟ ਰਹੇ। ਹੁਣ ਕਿੰਨੀਆਂ ਮੱਖੀਆਂ ਉੱਥੋਂ ਉੱਡਣਗੀਆਂ ਅਤੇ ਉੱਥੇ ਆ ਕੇ ਬੈਠਣਗੀਆਂ, ਆਪਣਾ ਗਣ ਮੂਤਰ ਉੱਥੇ ਕਰਨਗੀਆਂ ਬੂੰਦੀ ਦੇ ਉੱਪਰ। ਹਾਂ, ਸੋ ਮੱਖੀਆਂ ਦਾ ਕੀ ਗੁਣ ਹੁੰਦਾ? ਮੱਖੀ ਦੇ ਬੜਾ ਗੁਣ ਹੈ ਕਿ ਮੱਖੀ ਮੂੰਹ 'ਚੋਂ ਖਾਈ ਜਾਂਦੀ ਹੈ, ਲੈਟਰਿਨ 'ਚੋਂ ਕੱਢੀ ਜਾਂਦੀ ਹੈ, ਮੂੰਹ 'ਚੋਂ ਖਾਈ ਜਾਂਦੀ ਹੈ, ਲੈਟਰਿਨ 'ਚੋਂ ਕੱਢੀ ਜਾਂਦੀ ਹੈ। ਮੱਖੀ ਦਾ ਗੁਣਧਰਮ ਹੈ, ਤੁਸੀਂ ਦੇਖਿਆ ਹੋਣਾ ਪੁਰਾਣੇ ਜਦੋਂ ਤਾਰਾਂ ਦੇ ਉੱਪਰ ਮੱਖੀਆਂ ਬੈਠਦੀਆਂ ਸੀਗੀਆਂ ਤਾਂ ਉਹ ਨਿਰਾ ਮੱਖੀਆਂ ਦੇ ਅੱਗਣ ਨਾਲ ਭਰ ਜਾਂਦਾ ਹੁੰਦਾ ਸੀ। ਤਾਂ ਇਹ ਜਿਹੜਾ ਵਰਤਾਰਾ ਸੀਗਾ, ਇਹ ਏ ਤੇ ਈ ਵਾਲਾ ਵਰਤਾਰਾ। ਸੋ ਜਿਹੜਾ ਬੀ ਤੇ ਸੀ ਹੁੰਦਾ, ਇਹ ਇੱਦਾਂ ਨਹੀਂ ਹੁੰਦਾ। ਬੀ ਤੇ ਸੀ ਜਿਹੜਾ ਹੈ, ਇਹ ਸਕ੍ਰੀਸ਼ਨਸ ਤੋਂ ਹੁੰਦਾ, ਯਾਨੀ ਕਿ ਤੁਹਾਡੀ ਬਾਡੀ ਦੀ ਕੋਈ ਸਕ੍ਰੀਸ਼ਨ ਦੂਜੇ ਬੰਦੇ ਦੀ ਸਕ੍ਰੀਸ਼ਨ ਨਾਲ ਮਿਲੇਗੀ ਤਾਂ ਹੋਏਗਾ। ਜੇ ਜਿਵੇਂ ਬਲੱਡ ਹੈ, ਜੇ ਮੈਂ ਬਲੱਡ ਡੋਨੇਟ ਕਰਤਾ, ਪੁਰਾਣੇ ਜ਼ਮਾਨੇ 'ਚ ਬਲੱਡ ਟੈਸਟ ਨਹੀਂ ਸੀ ਕਰਦੇ ਹੁੰਦੇ, ਮੈਂ ਬਲੱਡ ਡੋਨੇਟ ਕਰਤਾ, ਮੈਨੂੰ ਬੀ ਜਾਂ ਸੀ ਹੈਗਾ, ਅਗਲੇ ਬੰਦੇ ਜਿਹਨੂੰ ਲੱਗੂਗਾ ਉਹਨੂੰ ਬੀ ਤੇ ਸੀ ਹੋਊਗਾ, ਟ੍ਰਾਂਸਫਰ ਹੋ ਜਾਏਗਾ। ਜਾਂ ਸੈਕਸ ਤਰੀਕਾ ਸੀਗਾ, ਸੈਕਸ ਰਾਹੀਂ ਸਕ੍ਰੀਸ਼ਨ ਟ੍ਰਾਂਸਫਰ ਹੁੰਦੀ ਹੈ। ਜਾਂ ਪਹਿਲਾਂ ਲੋਕਾਂ ਨੂੰ ਇਹ ਸਮਝ ਨਹੀਂ ਆਈ, ਜਦੋਂ ਬੀ ਫੈਲਿਆ, ਬੀ ਬਹੁਤ ਫੈਲਣ ਲੱਗ ਗਿਆ ਜਦੋਂ, ਤਾਂ ਕਾਫੀ ਲੋਕ ਜਿਹੜੇ ਨੇ ਉਹ ਇਸ ਗੱਲ 'ਤੇ ਚਿੰਤਤ ਹੋਏ ਵੀ ਗੱਲ ਕੀ ਬਣੀ, ਬੀ ਕਿਉਂ ਫੈਲੀ ਜਾਂਦਾ। ਚਲੋ ਜੀ, ਹੌਲੀ ਹੌਲੀ ਗੱਲ ਸਮਝ ਆਈ ਕਿ ਵੀ ਸੈਕਸ ਰਾਹੀਂ ਫੈਲਦਾ ਹੈ, ਬੀ ਬੜੀ ਇਨਫੈਕਸ਼ੀਅਸ ਵਾਇਰਸ ਹੈ, ਇਹ ਸੈਕਸ ਰਾਹੀਂ ਵੀ ਫੈਲ ਜਾਂਦੀ ਹੈ। ਮਾਫ਼ ਕਰਨਾ, ਮੈਂ ਤੁਹਾਨੂੰ ਇੱਥੇ ਰੋਕਾਂਗਾ। ਅਕਸਰ ਲੋਕਾਂ ਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦਰਸ਼ਕਾਂ ਤੋਂ ਵੀ ਮਾਫੀ ਮੰਗਦੇ ਹੋਏ ਮੈਂ ਇਹ ਸਵਾਲ ਪੁੱਛ ਰਿਹਾ ਕਿ ਸੈਕਸ ਰਾਹੀਂ ਜਿਹੜਾ ਵਾਇਰਸ ਫੈਲਦਾ, ਅੱਗੇ ਜਾਂਦਾ, ਪਰ ਸਵਾਲ ਇੱਥੇ ਪੈਦਾ ਹੁੰਦਾ ਕਿਵੇਂ? ਕਿ ਜਿਹੜੇ ਆਪਣੇ ਸਕਿਨ ਦੇ ਵਿੱਚ ਪੋਰ ਹੁੰਦੇ ਨੇ ਉਹਨਾਂ ਦੇ ਰਾਹੀਂ ਅੰਦਰ ਚਲਾ ਜਾਂਦਾ ਹੈ, ਜਾਂ ਫਿਰ ਕੁਝ ਹੋਰ ਇਹਦਾ ਹੁੰਦਾ? ਉਹ ਇੱਦਾਂ ਹੁੰਦਾ, ਜਿਹੜੀਆਂ ਵਾਇਰਸਿਸ ਨੇ ਨਾ, ਐਕਚੁਅਲੀ ਵਾਇਰਸਿਸ ਤੁਹਾਡੀ ਜਦੋਂ ਤੁਹਾਡੀ ਬਾਡੀ 'ਚ ਆ ਗਈਆਂ ਤਾਂ ਤੁਹਾਡੀ ਸਾਰੀ ਸਕ੍ਰੀਸ਼ਨ 'ਚ ਆਉਣਗੀਆਂ, ਤੁਹਾਡੇ ਸੀਮਨ 'ਚ ਵੀ ਆਉਣਗੀਆਂ, ਤੁਹਾਡੇ ਪਸੀਨੇ 'ਚ ਵੀ ਆਉਣਗੀਆਂ, ਤੁਹਾਡੇ ਗਲੈਂਡਸ ਪੀਨਸ ਦੇ ਉੱਪਰ ਨਾਰਮਲੀ ਸਕ੍ਰੀਸ਼ਨ ਵੀ ਹੁੰਦੀ ਰਹਿੰਦੀ ਹੈ, ਪਾਣੀ ਜਾਂਦਾ ਰਹਿੰਦਾ। ਜੇ ਤੁਸੀਂ ਸੈਕਸ ਨਹੀਂ ਵੀ ਕਰਦੇ ਤਾਂ ਹਲਕਾ ਹਲਕਾ ਪਾਣੀ ਫੀਮੇਲ 'ਚ ਵੀ ਆਉਂਦਾ, ਮੇਲ 'ਚ ਵੀ ਆਉਂਦਾ। ਹੁਣ ਉਹਦਾ ਪਰਪਸ ਲੁਬਰੀਕੇਸ਼ਨ ਹੁੰਦਾ, ਤਾਂ ਉਹਦੇ 'ਚ ਪਾਣੀ ਜਾਂਦਾ ਰਹਿੰਦਾ। ਹਾਂ, ਤਾਂ ਜਦੋਂ ਤੁਸੀਂ ਸੈਕਸ ਕਰੋਗੇ, ਸੈਕਸ ਦੇ ਦੌਰਾਨ ਕਿਸਿੰਗ ਹੈ, ਹੋਰ ਹੈ, ਬਹੁਤ ਇੰਟੀਮੇਟ ਰਿਲੇਸ਼ਨਸ਼ਿਪ ਹੁੰਦਾ। ਸੈਕਸ ਇਜ਼ ਦ ਮੋਸਟ ਇੰਟੀਮੇਟ ਫਿਜ਼ੀਕਲ ਰਿਲੇਸ਼ਨਸ਼ਿਪ। ਇਹ 'ਚ ਨੰਬਰ ਆਫ ਐਕਟੀਵਿਟੀਜ਼ ਹੁੰਦੀਆਂ, ਅਤੇ ਉਹਦੇ ਵਿੱਚ ਸਾਰਾ ਜਿਹੜਾ ਉਹ ਟਰਾਂਸਮਿਸ਼ਨ ਹੋ ਜਾਂਦੀ ਹੈ। ਯਾਨੀ ਕਿ ਉਹ ਜਿਹੜਾ ਲੁਬਰੀਕੇਸ਼ਨਸ ਹੁੰਦੀ ਹੈ ਉਸ ਦੇ ਰਾਹੀਂ ਹੀ ਜਿਹੜਾ ਅੱਗੇ ਟਰਾਂਸਫਰ ਹੁੰਦਾ, ਸੀਮਨ ਰਾਹੀਂ ਵੀ, ਉਹਦੇ ਰਾਹੀਂ ਵੀ, ਅਤੇ ਤੁਹਾਡੇ ਕਿਸਿੰਗ ਰਾਹੀਂ ਵੀ। ਕਿਸਿੰਗ ਰਾਹੀਂ ਫਿਰ ਬਾਅਦ 'ਚ ਹੋ ਗਿਆ ਵੀ ਕਿਸਿੰਗ ਰਾਹੀਂ ਬਹੁਤ ਜ਼ਿਆਦਾ ਨਹੀਂ ਹੁੰਦਾ, ਅਤੇ ਜਿਹੜਾ ਹੈਗਾ ਮੇਨ ਮਤਲਬ ਸਕ੍ਰੀਸ਼ਨਸ ਰਾਹੀਂ ਹੋ ਗਿਆ। ਯਾਨੀ ਕਿ ਇਹ ਏ ਅਤੇ ਈ ਨਾਲ ਫਰਕ ਹੋ ਗਿਆ ਕਿ ਬੀ ਅਤੇ ਸੀ ਦੀ ਜਿਹੜੀ ਟਰਾਂਸਮਿਸ਼ਨ ਹੈ ਉਹ ਪਾਣੀ ਤੋਂ ਜਾਂ ਭੋਜਨ ਤੋਂ ਜਾਂ ਮਨੁੱਖੀ ਲੈਟਰਨ ਤੋਂ ਨਹੀਂ ਹੁੰਦੀ, ਸਕ੍ਰੀਸ਼ਨ ਰਾਹੀਂ ਹੁੰਦੀ ਹੈ। ਅਤੇ ਜਿਹੜੀ ਸਕ੍ਰੀਸ਼ਨ ਰਾਹੀਂ ਹੋਏਗੀ ਉਹਦੀ ਐਪੀਡੈਮਿਕ ਨਹੀਂ ਹੋ ਸਕਦੀ, ਕਿਉਂਕਿ ਉਹਦਾ ਰੇਅਰ ਜੀ ਐਕਟੀਵਿਟੀ ਹੈ, 1 to 1 ਹੁੰਦੀ ਹੈ। ਐਪੀਡੈਮਿਕ ਫਾਰਮ 'ਚ ਕਿਹੜੀ ਹੋਏਗੀ? ਏ ਅਤੇ ਈ ਹੋਏਗੀ, ਕਿਉਂਕਿ ਜੇ ਸਾਂਝਾ ਪਾਣੀ ਹੋਇਆ ਤਾਂ ਉਹ ਅੱਗੇ ਪਾਣੀ ਸਾਂਝਾ ਹੈ, ਅੱਗੇ ਸੀਵਰ ਸਾਂਝਾ ਹੈ। ਸੀਵਰ ਵੀ ਕਈ ਘਰਾਂ ਤੋਂ ਆ ਰਿਹਾ ਅਤੇ ਗੰਦਾ ਪਾਣੀ ਲੈ ਕੇ ਆ ਰਿਹਾ, ਅਤੇ ਜੇ ਉਹ ਮਿਕਸ ਹੋ ਗਿਆ ਸਾਂਝੇ ਪਾਣੀ ਨਾਲ ਤਾਂ ਪਾਣੀ ਵੀ ਸਾਂਝਾ ਹੈ। ਇਹਦਾ ਮਤਲਬ ਲਾਰਜ ਨੰਬਰ ਆਫ ਲੋਕਾਂ ਨੂੰ ਜੌਂਡਿਸ ਹੋ ਜਾਏਗੀ।
ਉਹ ਮਤਲਬ ਜਿਹੜੀ ਸਕ੍ਰੀਸ਼ਨ ਰਾਹੀਂ ਤੁਸੀਂ ਕਹਿ ਰਹੇ ਹੋ ਉਹਦੇ ਤਾਂ ਆਪਾਂ ਪੰਜਾਬੀ ਦੀ ਕਹਾਵਤ ਕਹਿੰਦਾ ਆਪਣੇ ਫਤੜੀਏ ਤੈਨੂੰ ਕੌਣ ਛਡਾਵੇ, ਮਤਲਬ ਉਹ ਤਾਂ ਆਪ ਹੀ ਸਹੇੜੀ ਨਾ ਬਿਮਾਰੀ ਉਹਨੇ। 1 to 1 ਹੈ, ਉਹ ਤਾਂ 1 to 1, ਉਹ 'ਚ ਐਪੀਡੈਮਿਕ ਨਹੀਂ ਹੋਣੀ ਚਾਹੀਦੀ। ਲੇਕਿਨ ਜਦੋਂ ਅਸੀਂ ਕੀਤਾ ਸਰਵੇ ਸਾਦਿਕ ਬੈਲਟ 'ਚ 3 ਪਿੰਡਾਂ ਦਾ, ਇਹ ਗੱਲ ਹੈਗੀ ਕੋਈ 2009 ਦੇ ਲਗਭਗ ਦੀ, ਤਾਂ ਉਹ ਸਰਵੇ ਅਸੀਂ ਕਿਉਂ ਕੀਤਾ ਕਿ ਸਰਵੇ ਇਸ ਕਰਕੇ ਕੀਤਾ ਕਿ ਜਦੋਂ ਹੌਲੀ ਹੌਲੀ ਰਿਪੋਰਟਾਂ ਆਉਣੀ ਸ਼ੁਰੂ ਹੋਈਆਂ ਵੀ ਬੀ ਵੀ ਵੱਧ ਰਹੀ ਹੈ, ਫਿਰ ਮਗਰ ਆ ਕੇ ਸੀ ਵੀ ਵੱਧ ਰਹੀ ਹੈ, ਅਤੇ HIV ਵੱਧ ਹੀ ਰਹੀ ਸੀ। ਪਹਿਲਾਂ HIV ਬਾਰੇ ਰਿਪੋਰਟਾਂ ਆ ਰਹੀਆਂ ਸੀਗੀਆਂ, ਅਤੇ ਸਰਜਨਾਂ ਨੇ ਇਹ ਟੈਸਟ ਕਰਾਉਣੇ ਸ਼ੁਰੂ ਕਰਤੇ ਕਿਉਂਕਿ ਉਹ ਸਰਜਨਾਂ ਨੇ ਆਪਰੇਸ਼ਨ ਕਰਨੇ ਹੁੰਦੇ ਆ। ਸਰਜਨਾਂ ਨੂੰ ਖਤਰਾ ਹੋ ਗਿਆ ਕਿ ਵੀ ਜੇ ਮਰੀਜ਼ ਸਾਡੇ ਕੋਲ B C ਜਾਂ HIV ਦਾ ਆ ਗਿਆ, ਅਸੀਂ ਉਹਦਾ ਆਪਰੇਸ਼ਨ ਕਰਤਾ ਅਤੇ ਸਾਨੂੰ ਵੀ ਹੋ ਜੂਗੀ। ਸਰਜਨਾਂ ਨੇ ਇਸ ਗੱਲ ਦੇ ਬਾਵਜੂਦ ਕਿ ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਟੈਸਟ ਕਰਾਓ, ਜਾਂ ਰਾਦਰ HIV ਦੇ ਮਾਮਲੇ 'ਤੇ ਮਨਾ ਵੀ ਕੀਤਾ ਵੀ ਤੁਸੀਂ HIV ਦੇ ਮਰੀਜ਼ ਨੂੰ ਮਜਬੂਰ ਨਹੀਂ ਕਰ ਸਕਦੇ ਵੀ ਤੁਸੀਂ ਟੈਸਟ ਕਰਾ ਕੇ ਆ, ਲੇਕਿਨ ਸਰਜਨਾਂ ਨੇ ਫਿਰ ਵੀ ਇਸ ਗੱਲ ਨੂੰ ਮੰਨਿਆ ਨਹੀਂ, ਤਾਂ ਟੈਸਟ ਕਰਾਉਣ ਲੱਗੇ। ਅਤੇ ਪਿੰਡਾਂ 'ਚ ਰਿਪੋਰਟਾਂ ਆਉਣ ਲੱਗੀਆਂ ਵੀ ਕਾਲਾ ਪੀਲੀਆ ਬਹੁਤ ਫੈਲ ਰਿਹਾ, ਅਤੇ ਉਹਨਾਂ ਪਿੰਡਾਂ ਦੀਆਂ ਰਿਪੋਰਟਾਂ ਆ ਰਹੀਆਂ ਸੀਗੀਆਂ ਸਾਡੇ ਕੋਲ ਵੀ ਇਹਨਾਂ ਪਿੰਡਾਂ 'ਚ ਕਾਲਾ ਪੀਲੀਆ ਇਹਦੇ ਕੇਸਿਸ ਬਹੁਤ ਨਿਕਲ ਰਹੇ ਆ। ਅਸੀਂ ਚਲੋ ਜੀ ਖੈਰ ਜਦੋਂ ਸਾਨੂੰ ਰਿਪੋਰਟਾਂ ਆਈਆਂ ਤਾਂ ਅਸੀਂ ਇਹ ਫੈਸਲਾ ਕਰ ਲਿਆ। ਬਾਬਾ ਫਰੀਦ ਸੈਂਟਰ ਫਾਰ ਸਪੈਸ਼ਲ ਚਿਲਡਰਨ ਦੀ ਟੀਮ ਸੀਗੀ ਸਾਡੇ ਕੋਲ, ਅਤੇ ਮੈਂ ਸੀਗਾ ਉੱਥੇ ਫਰੀਦਕੋਟ ਪੜ੍ਹਾਉਂਦਾ ਸੀ ਉਦੋਂ, ਅਤੇ ਅਸੀਂ ਫੈਸਲਾ ਕੀਤਾ ਕਿ 3 ਪਿੰਡਾਂ ਦਾ ਸਰਵੇ ਕਰਦੇ ਹਾਂ। ਉਹ 3 ਪਿੰਡਾਂ ਦੀ ਲੋਕੇਸ਼ਨ ਇੱਦਾਂ ਸੀਗੀ ਵੀ ਇੱਕ ਫਿਰੋਜ਼ਪੁਰ ਦਾ ਪਿੰਡ ਹੈ, ਇੱਕ ਫਰੀਦਕੋਟ ਦਾ, ਇੱਕ ਬਠਿੰਡੇ ਦਾ, ਉਹ ਨੇੜੇ ਨੇੜੇ ਪਿੰਡ ਨੇ, ਉਹ 3 ਜ਼ਿਲ੍ਹੇ ਉੱਥੇ ਐਂ ਕਰਕੇ ਮਿਲਦੇ ਆ। ਪਿੰਡਾਂ ਦੇ ਨਾਂ ਨਹੀਂ ਲੈਣੇ ਆਪਾਂ ਨੇ। ਉਹ ਜਦੋਂ ਕਰਿਆ ਸੀ ਤਾਂ ਅਸੀਂ ਤਾਂ ਦੰਗ ਰਹਿ ਗਏ। ਇੱਕ ਪਿੰਡ 'ਚ 33% ਲੋਕ ਪੋਜ਼ੀਟਿਵ, ਅਡਲਟ ਪੋਜ਼ੀਟਿਵ, ਇੱਕ ਪਿੰਡ 'ਚ ਕੋਈ ਪਤਾ ਨਹੀਂ 22% ਪੋਜ਼ੀਟਿਵ, ਅਤੇ ਇੱਕ ਪਿੰਡ 'ਚ 18% ਪੋਜ਼ੀਟਿਵ। ਸੀ ਜਿਹੜਾ ਪਰਟੀਕੂਲਰਲੀ B ਘੱਟ, B ਥੋੜ੍ਹਾ ਸੀਗਾ ਕਿਉਂਕਿ B ਦਾ ਉਦੋਂ ਤੱਕ ਵੈਕਸੀਨ ਆ ਚੁੱਕਿਆ ਸੀਗਾ। B ਦਾ ਵੈਕਸੀਨ ਬਹੁਤ ਪੁਰਾਣਾ ਆ ਚੁੱਕਿਆ ਸੀ। B ਦਾ ਵੈਕਸੀਨ ਦੇ ਕੈਂਪਸ ਬਹੁਤ ਲਾਏ ਸੀਗੇ, ਮੈਂ ਵੀ ਕੈਂਪ ਬਹੁਤ ਲਾਏ ਉਹਦੇ B ਦੇ, ਅਤੇ ਸ਼ਾਇਦ ਕੈਂਪ ਲਾਉਣ ਕਰਕੇ ਵੈਕਸੀਨ ਹੋਣ ਕਰਕੇ B ਦੀ ਸਪਰੈਡ ਜਿਹੜੀ ਸੀ ਉਹ ਰਿਲੇਟਿਵਲੀ ਇੰਟਰਪਟ ਹੋ ਗਈ, ਅਤੇ C ਬਹੁਤ ਤੇਜ਼ੀ ਨਾਲ ਫੈਲਿਆ। ਅਤੇ ਜਦੋਂ ਅਸੀਂ ਪਿੰਡਾਂ ਅਸੀਂ ਤਾਂ ਹੰਗਾਮਾ ਹੋ ਗਿਆ, ਸਾਡਾ ਤਾਂ ਮੱਥਾ ਪਾਗਲ ਹੋ ਗਿਆ ਸੀ ਤਾਂ ਵੀ ਇਹ ਤਾਂ ਬੁਰਾ, ਇਹ ਤਾਂ ਬਹੁਤ ਹੀ ਹੱਦ ਹੋਈ ਪਈ ਹੈ। ਮੈਂ ਜਦੋਂ ਜਾ ਕੇ ਆਪਣੇ ਦੋਸਤਾਂ ਦਾ ਨਾਲ ਗੱਲ ਕੀਤੀ, ਮੈਂ ਕਿਹਾ ਜੀ ਹੈਪੇਟਾਈਟਸ C ਦਾ ਤਾਂ ਪੰਜਾਬ 'ਚ ਐਪੀਡੈਮਿਕ ਹੋ ਰਿਹਾ। ਜੇ ਇੱਕ ਪਿੰਡ 'ਚ 33% ਅਡਲਟ ਪੋਜ਼ੀਟਿਵ ਨੇ ਤਾਂ ਇਟਸ ਟੂ ਮੱਚ। 22%, 18% ਇੱਦਾਂ ਦਾ ਪੋਜ਼ੀਟਿਵ ਨਹੀਂ ਹੋਣੇ ਚਾਹੀਦੇ। ਉਹ ਮੈਨੂੰ ਸਾਡੇ ਬਹੁਤ ਸੀਨੀਅਰ ਡਾਕਟਰ ਕਾਬਰਾ, ਮੈਨੂੰ ਯਾਦ ਅੱਜ ਵੀ ਅਸੀਂ ਇੱਕ ਮੀਟਿੰਗ ਇਕੱਠੇ ਹੋਏ, ਮੈਂ ਡਾਕਟਰ ਕਾਬਰਾ ਨੂੰ ਦੱਸਿਆ ਵੀ ਸਾਡੇ ਤਾਂ ਇੱਦਾਂ ਆਇਆ ਵੀ ਪੰਜਾਬ 'ਚ ਹੈਪੇਟਾਈਟਸ C ਬਹੁਤ ਫੈਲ ਰਹੀ है। ਕਹਿੰਦਾ डॉक्टर हो नहीं सकता, C का जो करैक्टर नहीं है कि वो एपिडेमिक फॉर्म में होगी। मैं कहा जी मैनू भी समझा, मैं बेसिकली कम्यूनिटी मैडिसन का बंदा, मैनू भी समझा भी नहीं C तो एपिडेमिक फॉर्म 'ਚ नहीं होनी चाहिए, पर हैगी है। कहता नहीं आपकी रिसर्च मैथडोलॉजी में कोई नुक्स है। मैं ही रिसर्च मैथडोलॉजी कोई नुक्स नहीं है। चलो जी खैर असी उसे मत्था पिछे की, असी रौला पा लिया, अखबारों आर्टिकल दे दिते, बड़ा रौला पाया भी सी ने पंजाब खा जाना, C ने पंजाब खा जाना। तो वो जो रौला पिया, चलो खैर उसका फायदा ये होया कि गवर्नमेंट सीरीयस हो गई, गवर्नमेंट ने टेस्टिंग टूस्टिंग करवाई अपने लैवल पर, 2-3-4 डॉक्टरों ने होर आर्टिकल लिखते, तो वो C की ट्रीटमेंट हौली हौली फ्री हो गई। आज भी हुण फ्री ट्रीटमेंट है साडा शुरू किया हुआ 2009 का काम, 2-3-4 सालों के विच मेरे ख्याल आके फ्री हुई है ट्रीटमेंट की, 2015-16 आके फिर उसकी ट्रीटमेंट फ्री हो गई। तो वो मेरा मतलब ये है भी जो B तो C है ये बहुत तेज़ी नाल फैलते हैं। B नूं कहा जाता है कि सब तो ज़्यादा इन्फैक्शियस ये है कि ये ड्रॉपलेट के 20वें हिस्से की सिक्रीशन भी तुहानूं टच कर जे तां भी हो जाती है। एक ड्रॉप के 20वें हिस्से की भी अगर तुहानूं सिक्रीशन टच कर गई, टच मतलब इंटैक्ट स्किन ते नहीं, किसी जख्म ते, अच्छा फिर इंटरनल स्किन ते ਜਾਂ इंटरनली ਮਿਊਕਸ ਮੈਂਬਰਾਂ ਤੇ ਸਕਿਨ ਤੋਂ ਨਹੀਂ ਜਾਂਦੀ। ਅੱਛਾ ਉਹ ਮੈਂ ਜਿਹੜੀ ਗੱਲ ਵਿੱਚ ਆਪਾਂ ਰਹਿ ਗਈ ਉਹ ਇਹ ਸੀਗੀ ਕਿ ਗੱਲ ਕਰਨ ਲੱਗੇ ਸੀ ਆਪਾਂ ਕਿ ਜਦੋਂ B ਫੈਲਣ ਲੱਗੀ ਤਾਂ ਜਦੋਂ ਬੱਚਿਆਂ 'ਚ ਵੀ ਆਉਣ ਲੱਗੀ B ਪੋਜ਼ੀਟਿਵ, ਉਹ ਕਹਿੰਦੇ ਹੱਦ ਹੋ ਗਈ। ਆਪਾਂ 2 ਹੀ ਤਰੀਕੇ ਹੁਣ ਤੱਕ ਜਾਣਦੇ ਹਾਂ, ਜਾਂ ਤਾਂ ਬਲੱਡ ਰਾਹੀਂ ਹੁੰਦੀ ਹੈ, ਬਲੱਡ ਟ੍ਰਾਂਸਫਿਊਜ਼ਨ ਰਾਹੀਂ ਵੀ ਤੁਸੀਂ ਬਿਨਾਂ ਟੈਸਟ ਕੀਤਾ ਬਲੱਡ ਲਾਤਾ ਤਾਂ ਹੋ ਗਈ B, ਜਾਂ ਸੈਕਸ ਰਾਹੀਂ ਹੁੰਦੀ ਹੈ, ਬੱਚਾ ਨਾ ਸੈਕਸ ਕਰ ਰਿਹਾ ਨਾ ਉਹਨੂੰ ਬਲੱਡ ਲੱਗਿਆ, ਉਹਨੂੰ ਕਿੱਦਾਂ ਹੋ ਗਈ? ਇਸ ਗੱਲ ਦਾ ਕੋਈ ਜਵਾਬ ਨਹੀਂ, ਬੜੇ ਸਾਲਾਂ ਦਾ ਜਵਾਬ ਨਹੀਂ ਮਿਲਿਆ।
मतलब आई गए बच्चे भी पॉजिटिव आई गए, बच्चे भी पॉजिटिव, तो कोई किसी को कोई आइडिया नहीं भी क्यों हो रही है। वो तुक्के जे मारी गए। ਉਹ ਜੀ ਉਹ ਨਾਈ ਪੁਰਾਣੇ ਜ਼ਮਾਨੇ 'ਚ ਉਹ ਕਰਦੇ ਹੁੰਦੇ ਸੀ, ਚਾਕੂ ਮਾਰਦੇ ਸੀ, RMP ਡਾਕਟਰ ਜਿਹੜੇ ਬਿਨਾਂ ਸਰਿੰਜਾਂ ਵਾਲ ਕਿਤੇ ਲਾਈ ਜਾਂਦੇ ਆ, ਇਹ ਜੀ ਉਹ ਜੀ ਇਹੋ ਜਿਹਾ ਤੁੱਕਬਾਜੀ। ਉਹ ਸਾਰਾ ਦੋਸ਼ ਜਿਹੜਾ ਦੂਜਿਆਂ 'ਤੇ ਮੜ੍ਹਤਾ। ਉਹ ਜ਼ਿਆਦਾ ਇਹ ਆਇਆ ਵੀ ਜਿਹੜੇ ਪਿੰਡਾਂ ਦੇ ਡਾਕਟਰ ਨੇ ਇਹ ਬਿਨਾਂ ਬੋਇਲ ਕੀਤੇ, ਪੁਰਾਣੇ ਜ਼ਮਾਨੇ 'ਚ ਬੋਇਲ ਕਰਦੇ ਹੁੰਦੇ ਸੀ ਨਾ ਸਰਿੰਜ ਨੂੰ, ਹੁਣ ਅੱਜ ਕੱਲ੍ਹ ਤਾਂ ਪਲਾਸਟਿਕ ਦੀ ਆ ਗਈ ਹੈ ਨਾ। ਪੁਰਾਣੇ ਜ਼ਮਾਨੇ 'ਚ ਉਹ ਸਰਿੰਜਾਂ ਬੋਇਲ ਕਰਕੇ ਅਤੇ ਉੱਥੇ ਰੱਖਦੇ ਹੁੰਦੇ ਸੀ ਉਹਦੇ 'ਚ, ਅਤੇ ਉਹ ਕਈ ਵਾਰੀ ਇੱਕੋ ਹੀ ਸੂਈ ਨਾਲ ਕਈ ਬੰਦਿਆਂ ਨੂੰ ਟੀਕਾ ਲਾ ਦਿੰਦੇ ਸੀ। ਉਹਦੇ 'ਤੇ ਆ ਗਿਆ ਮੇਨਲੀ, ਜਾਂ ਉੱਤੇ ਆ ਗਿਆ ਪੱਛਾਂ ਵਾਲਿਆਂ 'ਤੇ ਆ ਗਿਆ, ਉਹ ਜਿਹੜੇ ਉਹ ਬਣਾ ਟੈਟੂਇੰਗ ਵਾਲਿਆਂ 'ਤੇ ਵੀ ਟੈਟੂ ਬਣਾਉਂਦੇ ਆ ਜੀ, ਉਹ ਸਟਰਲਾਈਜ਼ ਨਹੀਂ ਕਰਦੇ। ਸੋ ਇਹੋ ਜਿਹੇ ਤੁੱਕੇ ਜਿਹੇ ਮਾਰਦੇ ਸੀ। ਸੋ ਅਲਟੀਮੇਟਲੀ ਗੱਲ ਕੀ ਨਿਕਲੀ, ਜੋ ਨਿਕਲੀ ਤਾਂ ਉਹ ਨਿਕਲੀ ਵੀ ਜਿਹੜੇ ਬੱਚੇ ਨੇ ਇਹਨਾਂ ਦੇ ਸਰੀਰ 'ਤੇ ਫੋੜੇ ਫਿੰਸੀਆਂ ਹੁੰਦੇ ਆ, ਅਤੇ ਫੋੜੇ ਫਿੰਸੀਆਂ ਬੱਚੇ ਇੱਕ ਦੂਜੇ ਨਾਲ ਗੁੱਥਮ ਗੁੱਥਾ ਬਹੁਤ ਹੁੰਦੇ ਆ। ਜਦੋਂ ਆਪਸ 'ਚ ਖੇਡਦੇ ਨੇ ਜਾਂ ਇੱਕ ਮੰਜੇ ਇੱਕੋ ਬਿਸਤਰੇ ਸੌਣ ਦਾ ਬਹੁਤ ਰਿਵਾਜ ਸੀਗਾ, ਤਾਂ ਹੁਣ ਆ ਕੇ ਕਮਰਿਆਂ ਦਾ ਰਿਵਾਜ ਪਿਆ। ਪਹਿਲਾਂ ਬੱਚੇ ਵੀ ਜ਼ਿਆਦਾ ਹੁੰਦੇ ਸੀਗੇ। 40 ਸਾਲ ਪਹਿਲਾਂ ਤਾਂ 2-2 3-3 ਬੱਚੇ ਇੱਕੋ ਬਿਸਤਰੇ 'ਚ ਘੁਸੇ ਹੁੰਦੇ ਸੀਗੇ। ਅੱਛਾ, ਉਹ ਗੁੱਥਮ ਗੁੱਥਾ ਬਹੁਤ ਹੁੰਦੇ ਸੀ। ਖੇਡਾਂ ਹੀ ਇੱਦਾਂ ਦੀਆਂ ਸੀਗੀਆਂ, ਜਿਹੜੀਆਂ ਪੁਰਾਣੀਆਂ ਖੇਡਾਂ ਹੁੰਦੀਆਂ ਸੀਗੀਆਂ ਉਹ ਖੇਡਾਂ ਹੁੰਦੀਆਂ ਇੱਦਾਂ ਦੀਆਂ ਸੀਗੀਆਂ ਗੁੱਥਮ ਗੁੱਥਾ ਹੋਣ ਵਾਲੀਆਂ। ਅਤੇ ਉਹ ਕਹਿੰਦੇ ਜਦੋਂ ਗੁੱਥਮ ਗੁੱਥਾ ਹੁੰਦਾ ਤਾਂ ਇੱਕ ਦੀ ਫਿੰਸੀ ਦੂਜੇ ਦੀ ਫਿੰਸੀ ਨਾਲ ਰਗੜ ਗਈ, ਇੱਥੋਂ ਹੋ ਗਈ, ਉਹਦੇ ਵੀ ਫਿੰਸੀ ਉਹਦੇ ਵੀ ਫਿੰਸੀ ਹੈ, ਇੱਕ ਪੋਜ਼ੀਟਿਵ ਹੈ ਇੱਕ ਨੈਗੇਟਿਵ ਹੈ, ਪੋਜ਼ੀਟਿਵ ਵਾਲਾ ਨੈਗੇਟਿਵ ਨੂੰ ਪੋਜ਼ੀਟਿਵ ਕਰ ਗਿਆ। ਤਾਂ ਉਹ ਅਲਟੀਮੇਟਲੀ ਇਹ ਗੱਲ ਨਿਕਲਿਆ ਵੀ ਜਿਹੜੀਆਂ ਸਕਿਨ ਦੇ ਉੱਪਰ ਫਿੰਸੀਆਂ ਹੁੰਦੀਆਂ ਨੇ ਉਹ ਰਗੜ ਜਾਂਦੀਆਂ ਨੇ ਅਤੇ ਉੱਥੋਂ ਨਿਕਲਦੀ ਇਹ ਤਰੀਕਾ ਨਿਕਲਿਆ। ਸੋ ਇਹ ਉਹਦੇ ਨਾਲ ਮਿਲਦੀ ਜੁਲਦੀ ਇਨਫੈਕਸ਼ਨ ਆ ਗਈ HIV ਦਾ ਵੀ ਸੇਮ ਹੈ। HIV ਵੀ ਸਕ੍ਰੀਸ਼ਨ ਤੋਂ ਹੁੰਦੀ ਹੈ। ਹੁਣ HIV ਦੀ ਜਿਹੜੀ ਹਿਸਟਰੀ ਹੈ ਉਹ ਹੈਗੀ ਹੈ ਜ਼ਿਆਦਾ ਸੈਕਸ ਨਾਲ ਜੁੜੀ ਹੋਈ, ਕਿਉਂਕਿ ਪਹਿਲਾਂ ਸ਼ੁਰੂ 'ਚ 80 'ਚ ਆਈ, ਜਦੋਂ ਉਦੋਂ ਆਈ ਜੀ ਇਹ ਤਾਂ ਜੀ ਉਹ ਜਿਹੜੇ ਹੋਮੋਸੈਕਸੁਅਲ ਹੁੰਦੇ ਆ ਮੈਨ ਆਦਮੀ ਉਹਦੇ ਉੱਥੋਂ ਹੁੰਦੀ ਹੈ। ਫਿਰ ਹੌਲੀ ਹੌਲੀ ਆ ਗਿਆ ਨਹੀਂ ਇਹ ਤਾਂ ਇਹੋ ਜਿਹੀ ਕੋਈ ਗੱਲ ਨਹੀਂ, ਕਿਸੇ ਵੀ ਸੈਕਸ ਤੋਂ ਹੁੰਦੀ ਹੈ। ਫਿਰ ਹੌਲੀ ਹੌਲੀ ਆ ਗਿਆ ਨਹੀਂ ਬਲੱਡ ਤੋਂ ਵੀ ਹੁੰਦੀ ਹੈ। ਸੋ ਇਹੋ ਜਿਹਾ ਕੁਛ ਹੌਲੀ ਹੌਲੀ ਉਹ ਬਣਦਾ HIV ਪੋਜ਼ੀਟਿਵ ਬਹੁਤ ਹੋ ਗਏ। ਅਤੇ HIV ਪੋਜ਼ੀਟਿਵ ਜਿਹੜੇ ਨੇ ਅਲਟੀਮੇਟਲੀ ਡੈਥ ਹੋਣ ਲੱਗੀਆਂ ਉਹਦੀਆਂ, ਅਤੇ ਉਹ ਡੈਥ ਹੋਣ ਲੱਗੀਆਂ ਅਤੇ ਇਹਦਾ ਪ੍ਰੋਗਰਾਮ ਆ ਗਿਆ। ART ਸੈਂਟਰ ਖੁੱਲ੍ਹ ਗਏ ਜਿਸ 'ਚ ਮੈਂ ਕੰਮ ਕੀਤਾ ਬਾਅਦ 'ਚ ਰਜਿੰਦਰਾ ਹਸਪਤਾਲ। ਤਾਂ ਉਹਦੇ 'ਚ ਕੀਮੋਥੈਰੇਪੀ ਆ ਗਈ, ਐਂਟੀਵਾਇਰਲ ਥੈਰੇਪੀ, ਜਿੱਦਾਂ ਲਾਈਫ ਲੌਂਗ ART ਦੇ ਪਾਤੀ ਉਹ 'ਚ ਕਿ ਪੂਰੀ ਜ਼ਿੰਦਗੀ ਐਂਟੀਵਾਇਰਲ ਡਰੱਗਸ ਖਾਓ। ART ਮਤਲਬ ਫੁੱਲ ਫਾਰਮ ਐਂਟੀ ਰੈਟਰੋਵਾਇਰਲ ਥੈਰੇਪੀ। ਜਿਹੜੀ HIV ਵਾਇਰਸ ਨੂੰ ਰਿਟਰੋਵਾਇਰਸਸ ਦਾ ਗਰੁੱਪ ਹੈ, ਉਹਨੂੰ ਰਿਟਰੋਵਾਇਰਸਸ ਕਹਿੰਦੇ ਆ। ਉਹ ਰਿਟਰੋਵਾਇਰਸਸ ਦਾ ਗਰੁੱਪ ਹੈ, ਉਹਨੂੰ ਐਂਟੀ ਰੈਟਰੋਵਾਇਰਲ ਥੈਰੇਪੀ। ਉਹ ਹਰ ਜ਼ਿਲ੍ਹੇ 'ਚ ਹੁਣ ਅੱਜ ਕੱਲ੍ਹ ਸੈਂਟਰ ਹੈਗਾ, ਹਰ ਜ਼ਿਲ੍ਹੇ 'ਚ ART ਸੈਂਟਰ ਹੈ। ਸ਼ੁਰੂ 'ਚ ਮੈਡੀਕਲ ਕਾਲਜਾਂ 'ਚ ਸੀਗੇ, ਫਿਰ ਹੌਲੀ ਹੌਲੀ ਜਦੋਂ ਮਰੀਜ਼ ਵਧੀ ਗਏ ਤਾਂ ਹੁਣ ਉਹ ਹਰ ਜ਼ਿਲ੍ਹੇ 'ਚ ਹੈ। ਅਤੇ ਰਜਿੰਦਰਾ ਹਸਪਤਾਲ ਜਿਹੜਾ ਸਾਡਾ ART ਸੈਂਟਰ ਸੀ ਉਹਦੇ ਅੰਡਰ ਸਾਡੇ ਕੋਲ 5000 ਮਰੀਜ਼ ਸੀਗਾ। ਮੈਂ ਤੁਹਾਡੇ ਕੋਲ ਆਇਆ ਸੀ, ਉੱਥੇ ਤੁਹਾਡੇ ਕੋਲ ਇੰਟਰਵਿਊ ਕਰ 5000 ਪੇਸ਼ੈਂਟ ਸੀ ਸਾਡੇ ਕੋਲ। ਅਤੇ ਬਹੁਤ ਸਾਰੀਆਂ ਬੈਲਟਸ ਨੇ ਪਟਿਆਲੇ ਦੇ ਆਲੇ ਦੁਆਲੇ ਜਿਹੜੀਆਂ ਕਿ ਬਹੁਤ ਪੋਜ਼ੀਟਿਵ ਨੇ, ਬਹੁਤ ਜ਼ਿਆਦਾ ਹਾਈਲੀ ਪੋਜ਼ੀਟਿਵ ਨੇ। ਅਤੇ ਹੁਣ ਵੀ ਅਜੇ ਵੀ ਇਹ ਰਿਪੋਰਟਾਂ ਨੇ ਕਿ ਪੰਜਾਬ ਦੇ ਅੰਦਰ HIV ਵੱਧ ਰਹੀ ਹੈ। ਤੋ ਇਹ ਤਿੰਨ ਜਿਹੜੀਆਂ ਇਨਫੈਕਸ਼ਨਾਂ ਨੇ ਇਹ ਸਿਮਿਲਰ ਨੇ, ਯਾਨੀ ਕਿ ਸੂਈ ਨਾਲ ਵੀ ਹੋ ਸਕਦੀਆਂ ਨੇ। ਜਿਹੜੇ ਉਹ ਲਾਉਂਦੇ ਆ ਲੋਕ ਨਾ IV ਡਰੱਗ ਯੂਜ਼ਰ ਨੇ, ਨਸ਼ਿਆਂ ਵਾਲੇ ਬੜੇ ਬਦਨਾਮ ਨੇ ਵੀ ਨਸ਼ਿਆਂ ਵਾਲਿਆਂ ਨੂੰ B ਵੀ ਹੋ ਸਕਦਾ, C ਵੀ ਹੋ ਸਕਦਾ, HIV ਵੀ ਹੋ ਸਕਦਾ। ਕਿਉਂ ਹੁੰਦਾ? ਕਿਉਂਕਿ ਉਹ ਇਸ ਕਰਕੇ ਨਹੀਂ। ਦੂਜਾ ਟੀਕਾ ਜੇ ਤਾਂ ਸਿੱਧਾ ਉਹਦੇ ਪੁੜੇ ਚਲਾਉਣ ਫਿਰ ਤਾਂ ਉਹਦੇ ਨਾਲ ਖਾਸ ਨਹੀਂ ਹੋਏਗਾ, ਬਲੱਡ ਲੱਗਦਾ ਹੀ ਨਹੀਂ ਉਹਦੇ ਨਾਲ ਖਾਸ ਕੋਈ। ਪੱਠੇ ਚਲਾਇਆ, ਪੱਠੇ 'ਚ ਉੱਦਾਂ ਹੀ ਸਾਫ ਸੂਈ ਬਾਹਰ ਆ ਗਈ। ਲੇਕਿਨ ਜਿਹੜੇ ਨਾੜ ਚਲਾਉਂਦੇ ਆ ਉਹ 'ਚ ਕਿੰਨਾ ਥੋੜ੍ਹਾ ਬਲੱਡ ਸਰਿੰਜ 'ਚ ਆ ਜਾਂਦਾ, ਕਿਉਂਕਿ ਜਦੋਂ ਨਾੜ 'ਚ ਲੱਗਦਾ ਤਾਂ ਤੁਸੀਂ ਉਹਨੂੰ ਖਿੱਚ ਕੇ ਉਹਨੂੰ ਚੈੱਕ ਕਰਦੇ ਹੋ ਵੀ ਵਾਕਈ ਨਾੜ 'ਚ ਲੱਗਿਆ ਕਿ ਨਹੀਂ ਲੱਗਿਆ। ਉਹਦੇ 'ਚ ਬਲੱਡ ਸਰਿੰਜ 'ਚ ਆ ਜਾਂਦਾ ਅਤੇ ਫਿਰ ਤੁਸੀਂ ਟੀਕਾ ਲਾ ਲਿਆ, ਅਤੇ ਲੇਕਿਨ ਬਲੱਡ ਵਾਲੇ ਜਿਹੜਾ ਉਹ ਥੋੜ੍ਹਾ ਜਿਹਾ ਟੀਕਾ ਉਹ 'ਚ ਬਚਿਆ ਰਹਿ ਗਿਆ, ਅਤੇ ਉਸੇ ਸਰਿੰਜ ਨਾਲ ਦੂਜੇ ਬੰਦੇ ਨੇ ਲਾ ਲਿਆ, ਉਸੇ ਸਰਿੰਜ ਨਾਲ ਦੂਜੇ ਬੰਦੇ ਨੇ ਲਾ ਲਿਆ। ਤਾਂ ਉਹ ਕੀ ਹੋ ਗਿਆ ਕਿ ਜਦੋਂ ਉਹ ਦੂਜੇ ਬੰਦੇ ਨੇ ਲਾਇਆ ਤਾਂ ਉਹ ਇੱਕ ਦੂਜੇ ਨੂੰ ਅੱਗੇ ਫੈਲਾਉਣ ਲੱਗ ਗਏ। ਤਾਂ ਉਹ ਜਿਹੜੇ ਡਰੱਗ ਯੂਜ਼ਰ ਨੇ ਬਹੁਤ ਜ਼ਿਆਦਾ ਪੋਜ਼ੀਟਿਵ ਨੇ, ਜਿਹੜੇ ਇਹਨੂੰ ਕਹਿੰਦੇ IV ਡਰੱਗ ਯੂਜ਼ਰਸ, ਇੰਟਰਾਵੀਨਸ ਡਰੱਗ ਯੂਜ਼ਰ, ਯਾਨੀ ਕਿ ਜਿਹੜੇ ਨਾੜਾਂ 'ਚ ਟੀਕੇ ਲਾਉਂਦੇ ਆ ਅਤੇ ਉਹ ਕਾਮਨ ਨੀਡਲ ਅਤੇ ਕਾਮਨ ਸਰਿੰਜ ਨਾਲ ਲਾਉਂਦੇ, ਤਾਂ ਉਹਨੂੰ IV ਡਰੱਗ ਯੂਜ਼ਰਸ ਕਹਿੰਦੇ ਆ। ਤਾਂ IV ਡਰੱਗ ਯੂਜ਼ਰ ਬਹੁਤ ਜ਼ਿਆਦਾ ਪੋਜ਼ੀਟਿਵ ਹੁੰਦੇ ਆ। HIV ਬਹੁਤ ਜ਼ਿਆਦਾ ਹੁੰਦੀ ਹੈ, ਇਹ 'ਚ B ਵੀ ਅਤੇ C ਵੀ ਤਿੰਨ ਪਏ। ਫਿਰ HIV ਇਹਦੇ ਜਿਹੜੇ ਲੋਕ ਬਲੱਡ ਟ੍ਰਾਂਸਫਿਊਜ਼ਨ ਲੈਂਦੇ ਆ, ਜਿਹਨਾਂ ਨੂੰ ਲੈਣੀ ਪੈਂਦੀ ਹੈ, ਜਿਵੇਂ ਥੈਲਾਸੀਮੀਆ ਦੇ ਪੇਸ਼ੈਂਟ ਨੇ, ਹੀਮੋਫੀਲੀਆ ਦੇ ਪੇਸ਼ੈਂਟ ਨੇ, ਕੁਛ ਮਰੀਜ਼ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਇਹ ਪਲਾਸਟਿਕ ਅਨੀਮੀਆ ਦੇ ਪੇਸ਼ੈਂਟ ਨੇ, ਜਿਨ੍ਹਾਂ ਨੂੰ ਰੂਟੀਨ 'ਚ ਬਲੱਡ ਲੈਣਾ ਪੈਂਦਾ। ਅੱਛਾ, ਹੁਣ ਪਹਿਲਾਂ ਤਾਂ ਬਲੱਡ ਬੈਂਕਾਂ ਦੇ ਵਿੱਚ ਸਖਤੀ ਹੋਈ ਨਹੀਂ ਸੀਗੀ, ਬਲੱਡ ਟੈਸਟ ਕਰਦੇ ਹੀ ਨਹੀਂ ਸੀਗੇ। ਬਲੱਡ ਲਿਆ, ਗਰੁੱਪ ਟੈਸਟ ਕੀਤਾ। ਮੈਂ ਰਿਹਾ
ਬਲੱਡ ਬੈਂਕ 'ਚ 1900 ਇਹ ਹੈਗੀ ਹੈ 77-78 ਦੀ ਗੱਲ, 77-78 ਦੀ 70 'ਚ, ਉਦੋਂ ਵੀ ਅਸੀਂ ਵੀ ਟੈਸਟ ਨਹੀਂ ਸੀ ਕਰਦੇ ਕੋਈ। ਹਾਂ, ਸਿਰਫ ਬਲੱਡ ਗਰੁੱਪ ਟੈਸਟ ਕੀਤਾ, ਕ੍ਰਾਸ ਮੈਚਿੰਗ ਕੀਤੀ ਤੇ ਦੇ ਦਿੱਤਾ। ਤਾਂ ਜੇ ਤੁਸੀਂ ਅਨਟੈਸਟਡ ਨੇ ਬਲੱਡ, ਤੇ ਜੇ ਉਹਦੇ 'ਚ ਕੋਈ ਬਾਈ ਚਾਂਸ ਬੰਦਾ ਪੋਜ਼ੀਟਿਵ ਹੋਇਆ ਤਾਂ ਦੂਜਾ ਬੰਦਾ ਪੋਜ਼ੀਟਿਵ, ਕੋਈ 250 ਮਿਲੀਲੀਟਰ 200 ਮਿਲੀਲੀਟਰ ਬਲੱਡ ਉਹਦੇ ਅੰਦਰ ਜਾਣਾ, ਪੱਕਾ ਹੀ ਪੋਜ਼ੀਟਿਵ ਹੋਏਗਾ। ਬਾਅਦ ਜਦੋਂ ਹੌਲੀ ਹੌਲੀ ਟੈਸਟਿੰਗ ਪੋਜ਼ੀਟਿਵ ਹੋਣ ਲੱਗੀ ਤਾਂ ਉਹਦੇ 'ਚ ਵੀ ਲੋਕ ਘੋਲ ਮਾਰਨ ਲੱਗੇ, ਕਿਉਂਕਿ ਕੁਛ ਬਹੁਤ ਸਾਰੇ ਇਹੋ ਜਿਹੇ ਬੰਦੇ ਸੀ ਜਿਹੜੇ ਬਲੱਡ ਬੈਂਕ ਤੋਂ ਖੂਨ ਲੈਂਦੇ ਹੀ ਨਹੀਂ ਸੀਗੇ। ਬਾਅਦ ਚਲੋ ਸਰਕਾਰ ਨੇ ਕੰਪਲਸਰੀ ਕੀਤਾ, ਕ੍ਰਾਈਮ ਡਿਕਲੇਅਰ ਹੋ ਗਿਆ ਵੀ ਤੁਸੀਂ ਬਲੱਡ ਬੈਂਕ ਤੋਂ ਲੈ ਬਿਨਾਂ ਖੂਨ ਨਹੀਂ ਲਾ ਸਕਦੇ। ਮੈਂ ਇੱਕ ਡਾਕਟਰ ਦਾ ਚਲਾਨ ਕੀਤਾ ਇੱਥੇ ਰਾਜਪੁਰੇ, ਜਦੋਂ ਮੈਨੂੰ ਬਾਰ-ਬਾਰ ਟੋਕਿਆ ਵੀ ਤੂੰ ਨਾ ਲਾਇਆ ਕਰ ਆਪਣੇ ਆਪ, ਜਦੋਂ ਗਵਰਨਮੈਂਟ ਨੇ ਇੱਕ ਰੂਲ ਬਣਾ ਦਿੱਤਾ ਵੀ ਬਲੱਡ ਬੈਂਕ ਤੋਂ ਲੈਣਾ ਤਾਂ ਬਲੱਡ ਬੈਂਕ ਤੋਂ ਲਾਓ, ਸਾਥੋਂ ਲਾਓ ਆ ਕੇ, ਨਹੀਂ ਟਲਿਆ ਤਾਂ ਮੈਨੂੰ ਉਹਦਾ ਚਲਾਨ ਵੀ ਕਰਨਾ ਪਿਆ। ਤਾਂ ਉਹ ਜਿਹੜੇ ਅੱਛਾ, ਫਿਰ ਵਿੱਚ ਬੜਾ ਕੁਝ ਕਰਪਸ਼ਨ ਬਹੁਤ ਹੈ। ਮੰਨ ਲਓ ਕਿੱਟ ਆਈ HIV ਦੀ, B ਦੀ, C ਦੀ, ਲੈਬੋਰਟਰੀ ਟੈਕਨੀਸ਼ੀਅਨ ਨੇ ਕੀਤਾ, ਕਿੱਟਾਂ ਬਾਹਰ ਵੇਚਤੀਆਂ ਪ੍ਰਾਈਵੇਟ ਲੈਬੋਰਟਰੀ ਨੂੰ, ਅਤੇ ਬਿਨਾਂ ਟੈਸਟ ਕੀਤੇ ਉਹਦਾ ਟੈਸਟਡ ਲਿਖਤਾ ਵੀ ਮੈਂ ਜੀ ਟੈਸਟ ਕਰਤਾ। ਇਹੋ ਜਿਹਾ ਬਕਵਾਸਬਾਜ਼ੀ ਹੁੰਦੀ ਹੈ ਸਰਕਾਰੀ ਹਸਪਤਾਲਾਂ 'ਚ। ਤਾਂ ਉਹ ਇਸ ਕਰਕੇ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਵੀ B, C ਤੇ HIV ਪੋਜ਼ੀਟਿਵ ਹੋ ਗਿਆ, ਜਿਹੜੇ ਲੋਕ ਨੂੰ ਰੂਟੀਨ 'ਚ ਬਲੱਡ ਲਵਾਉਣਾ ਪੈਂਦਾ ਸੀਗਾ, ਕਿ ਉਹਨਾਂ ਵਿਚਾਰਿਆਂ ਨੂੰ ਬਾਰ-ਬਾਰ ਹਰ ਮਹੀਨੇ, ਹਰ ਦੂਜੇ ਮਹੀਨੇ, ਹਰ ਤੀਜੇ ਮਹੀਨੇ ਬਲੱਡ ਲਾਉਣਾ ਪੈਂਦਾ। ਉਹ ਬਲੱਡ ਲੱਗਣ ਵਾਲਾ ਜਿਹੜਾ ਬਲੱਡ ਸੇਫ ਨਹੀਂ ਸੀਗਾ ਅਤੇ ਉਹ ਦਿਓਗੇ। ਅਤੇ ਇਸ ਤਰ੍ਹਾਂ ਜਿਹੜੇ ਤਿੰਨੇ ਬਿਮਾਰੀਆਂ ਫੈਲਦੀਆਂ ਨੇ। ਉਸ ਤੋਂ ਬਾਅਦ ਆਪਾਂ ਆ ਜਾਈਏ ਵੀ ਹੁਣ ਇਹ ਬਿਮਾਰੀਆਂ ਵੱਧ ਕਿਉਂ ਰਹੀਆਂ ਨੇ। ਇਹ ਤਿੰਨੇ ਬਿਮਾਰੀਆਂ ਜਿਹੜੀਆਂ ਵੱਧ ਰਹੀਆਂ ਨੇ, ਵੱਧ ਇਸ ਕਰਕੇ ਰਹੀਆਂ ਨੇ, ਪਹਿਲਾਂ ਤਾਂ ਸਾਨੂੰ ਨਹੀਂ ਸਮਝ ਆਈ, ਸੱਚ ਪੁੱਛੋ ਤਾਂ ਹੌਲੀ ਹੌਲੀ ਸਮਝ ਆਈ ਕਿ ਵੀ ਇਹ ਜਦੋਂ ਸੀ ਦਾ ਅਸੀਂ ਸਰਵੇ ਕੀਤਾ ਸੀਗਾ, ਸਾਨੂੰ ਵੀ ਨਹੀਂ ਸਮਝ ਆਈ ਵੀ ਸੀ ਦਾ ਐਪੀਡੈਮਿਕ ਕਿੱਦਾਂ ਹੋ ਗਿਆ। ਐਪੀਡੈਮਿਕ ਤਾਂ ਨਹੀਂ ਹੋਣਾ ਚਾਹੀਦਾ, ਜਦੋਂ 1 to 1 ਇਸ਼ੂ ਹੈ, ਸੀ ਨੇ ਫੈਲਣਾ ਹੀ 1 to 1% ਹੈ, ਤਾਂ ਕਿੰਨੇ ਕੁ ਬੰਦਿਆਂ ਦਾ ਸਕਰੀਸ਼ਨਾਂ ਇਕੱਠੇ ਮਿਲ ਜਾਣਗੀਆਂ, ਅਤੇ ਇੰਨੇ ਜ਼ਿਆਦਾ 33% ਬੰਦੇ ਅਡਲਟ ਪੋਜ਼ੀਟਿਵ ਆ ਰਹੇ ਆ, ਕਿੱਦਾਂ ਹੋ ਗਿਆ। ਫਿਰ ਹੌਲੀ ਹੌਲੀ ਸਾਨੂੰ ਸਮਝ ਆਈ ਵੀ ਇਹ ਗੱਲ, ਜਿਹੜਾ ਮਸਲਾ ਤਾਂ ਵਾਇਰਸ ਵੂਰਸ ਦਾ ਹੈ ਹੀ ਨਹੀਂ ਹੈ। ਵਾਇਰਸ ਵੂਰਸ ਤਾਂ ਫਿਰਦੀਆਂ ਰਹਿੰਦੀਆਂ ਇੱਧਰ ਉੱਧਰ, ਉਹ ਬਿਮਾਰ ਨਹੀਂ ਕਰਦੀਆਂ, ਉਹ ਰੂਟੀਨ 'ਚ ਬਿਮਾਰ ਨਹੀਂ ਕਰਦੀਆਂ। ਜੇ 100 ਬੰਦੇ 'ਚ ਵਾਇਰਸ ਹੈ, ਅਤੇ ਜੇ ਤੁਹਾਡੀ ਇਮਿਊਨਿਟੀ ਅੱਜ ਤੋਂ 40-50 ਸਾਲ ਪਹਿਲਾਂ ਜੇ 100 ਬੰਦੇ 'ਚ ਵਾਇਰਸ ਹੈ ਤਾਂ ਇੱਕ ਬੰਦੇ ਨੂੰ ਬਿਮਾਰੀ ਹੁੰਦੀ ਸੀ। ਅੱਜ ਜੇ 100 ਬੰਦੇ ਨੂੰ ਵਾਇਰਸ ਹੈ ਤਾਂ 20 ਬੰਦੇ ਨੂੰ ਵਾਇਰਸ ਬਿਮਾਰੀ ਹੁੰਦੀ ਹੈ। ਕਿਉਂ? ਇਹ ਫਰਕ ਪਿਆ। ਇਹ ਫਰਕ ਪੈ ਗਿਆ ਕਿ ਅੱਜ ਤੋਂ 40 ਸਾਲ 50 ਸਾਲ ਪਹਿਲਾਂ ਜੇ 100 ਬੰਦੇ ਦੇ ਅੰਦਰ ਵਾਇਰਸ ਗਈ ਤਾਂ 99 ਬੰਦੇ ਜਿਹੜੇ ਸੀਗੇ ਉਹਨਾਂ ਦੀ ਸਰੀਰ ਨੇ ਵਾਇਰਸ ਨੂੰ ਚੱਕ ਕੇ ਬਾਹਰ ਮਾਰਿਆ, ਬਿਮਾਰੀ ਹੋਣ ਤੋਂ ਪਹਿਲਾਂ ਹੀ ਇਮਿਊਨਿਟੀ ਸਟਰੋਂਗ ਸੀ। ਲੇਕਿਨ ਇੱਕ ਟੈਂਟੇਟਿਵ ਫਿਗਰ ਬੋਲ ਰਿਹਾ ਮੈਂ ਜਸਟ ਸਮਝਾਉਣ ਵਾਸਤੇ, ਮੈਂ ਕੋਈ ਉਹਦੀ ਸਾਇੰਟੀਫਿਕ ਫਿਗਰ ਨਹੀਂ ਬੋਲ ਰਿਹਾ, ਉਹਨੂੰ ਐਗਜ਼ੈਕਟ ਫਿਗਰ ਨਾ ਸਮਝਿਆ ਜਾਵੇ, ਉਹ ਤਾਂ ਮੈਂ ਸਮਝਾਉਣ ਵਾਸਤੇ ਬੋਲ ਰਿਹਾ ਵੀ ਜਦੋਂ 40-50 ਸਾਲ ਪਹਿਲਾਂ ਨੈਚੁਰਲ ਫੂਡ ਖਾਣ ਦਾ ਕਲਚਰ ਸੀਗਾ, ਨੈਚੁਰਲ ਲਾਈਫ ਸਟਾਈਲ ਸੀਗਾ, ਲੋਕਾਂ ਦਾ ਫਿਜ਼ੀਕਲ ਕੰਮ ਬਹੁਤ ਜ਼ਿਆਦਾ ਸੀਗਾ ਅਤੇ ਤਕੜੇ ਸੀ ਸਰੀਰ, ਉਦੋਂ 100 ਬੰਦੇ ਪਿੱਛੇ ਮੰਨ ਲਓ ਇੱਕ ਬੰਦੇ ਨੂੰ ਬਿਮਾਰੀ ਹੁੰਦੀ ਸੀ, ਬਾਕੀ 99 ਨੂੰ ਦੀ ਸਰੀਰ ਜਿਹੜਾ ਸੀ ਬਿਮਾਰੀ ਹੋਣ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦਾ ਸੀ ਵਾਇਰਸ। ਹਾਂ, ਅੱਜ ਕੀ ਹੋ ਗਿਆ ਕਿ ਇਮਿਊਨਿਟੀ ਡਾਊਨ ਗਈ ਜਦੋਂ ਲੋਕਾਂ ਦੀ, ਤਾਂ ਅੱਜ ਜੇ 100 ਬੰਦੇ ਦੇ ਅੰਦਰ ਵਾਇਰਸ ਜਾਂਦੀ ਹੈ ਤਾਂ 80 ਬੰਦੇ ਤਾਂ ਬਚ ਜਾਂਦੇ, ਉਹ ਤੋਂ 20 ਬੰਦਿਆਂ ਨੂੰ ਬਿਮਾਰੀ ਰਹਿੰਦੀ ਹੈ। ਸੋ ਇਹ ਫਰਕ ਪੈ ਗਿਆ। ਇਸੇ ਫਰਕ ਪੈਣ ਨਾਲ ਸਾਰਾ ਮਸਲਾ ਐਕਸਪਲੇਨ ਹੁੰਦਾ। ਇਸੇ ਨਾਲ HIV ਵੀ ਐਕਸਪਲੇਨ ਹੁੰਦੀ ਹੈ, B ਵੀ ਐਕਸਪਲੇਨ ਹੁੰਦੀ ਹੈ, C ਵੀ ਐਕਸਪਲੇਨ ਹੁੰਦੀ ਹੈ ਕਿ ਇਹਨਾਂ ਦੀ ਐਪੀਡੈਮਿਕ ਕਿਉਂ ਹੋ ਰਹੀ ਹੈ। ਅੱਛਾ, ਇਹ ਵੀ ਹੈ ਕਿ ਜੇ ਮੰਨ ਲਓ ਜਿਹੜਾ HIV ਹੈ ਇਹ ਹੈਗਾ ਸੈਕਸ ਦੇ ਦੌਰਾਨ ਫੈਲਣ ਵਾਲਾ, ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਹੋਏਗੀ ਉਹਨਾਂ ਨੂੰ HIV ਅਸਰ ਨਹੀਂ ਕਰੇਗਾ। ਇਹ ਬੜਾ ਕਮਾਲ ਦਾ ਵਧੀਆ ਸਵਾਲ ਪੁੱਛਿਆ ਤੁਸੀਂ। ਬੜਾ ਕਮਾਲ ਦੀ ਚੀਜ਼ ਦੇਖੀ ਮੈਂ ਉੱਥੇ ਜਦੋਂ ਕੰਮ ਕਰਦੇ ਸੀ ਮੈਂ ਰਜਿੰਦਰਾ ਹਸਪਤਾਲ 'ਚ। ਮੇਰੇ ਕੋਲ ਅਕਸਰ ਹੀ ਹਰ ਮਹੀਨੇ 2-3-4 ਕਪਲ ਇਹੋ ਜਿਹੇ ਆ ਜਾਂਦੇ ਸੀਗੇ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਅਨਪ੍ਰੋਟੈਕਟਡ ਸੈਕਸ ਕਰ ਰਹੇ ਆ, ਇੱਕ ਸਪਾਊਸ ਪੋਜ਼ੀਟਿਵ ਇੱਕ ਨੈਗੇਟਿਵ ਹੈ, ਮਤਲਬ ਦੋਨਾਂ ਦੇ ਇੱਕ ਪੋਜ਼ੀਟਿਵ ਇੱਕ ਨੈਗੇਟਿਵ ਹੈ, ਹਾਲਾਂਕਿ ਅਨਪ੍ਰੋਟੈਕਟਡ ਸੈਕਸ ਕਰ ਰਹੇ ਆ। ਉਹ ਬੰਦੇ ਦੀ ਬਾਡੀ ਨੇ ਉਹਦੀ ਵਾਇਰਸ ਨੂੰ ਐਕਸੈਪਟ ਹੀ ਨਹੀਂ ਕੀਤਾ।